न्यूज़ 18 पंजाब हरियाणा हिमाचल वेख रहे दर्शकों का स्वागत है। मैं हां गगनदीप चौहान। 2 ਵਜੇ ਦੀਆਂ 5 ਬਿਗ ਬ੍ਰੇਕਿੰਗ ਖਬਰਾਂ ਦੇ ਨਾਲ ਤੇ ਸਭ ਤੋਂ ਪਹਿਲਾਂ ਪੰਜਵੀਂ ਬਿਗ ਬ੍ਰੇਕਿੰਗ 2 ਵਜੇ ਦੀ ਪੰਜਵੀਂ ਬਿਗ ਬ੍ਰੇਕਿੰਗ ਜਿਸ ਦਾ ਝਟਕਾ ਆਮ ਲੋਕਾਂ ਤੱਕ ਪਿਆ ਹੈ। ਮਹਿੰਗਾਈ ਦਾ ਮੌਨਸੂਨ ਜਿਹੜਾ ਹੈਗਾ ਉਸਨੇ ਲੋਕਾਂ ਨੂੰ ਪਰੇਸ਼ਾਨ ਕਰ ਲਿਆ। ਜੀਐਸਟੀ ਦਰਾਂ ਦੇ ਵਿੱਚ ਬਦਲਾਅ ਦੇ ਨਾਲ ਜਿਹੜਾ ਹੈਗਾ ਕਈ ਚੀਜ਼ਾਂ ਦੀਆਂ ਕੀਮਤਾਂ ਵੱਧ ਗਈਆਂ ਨੇ। ਖਾਣ ਪੀਣ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋਣਗੀਆਂ। ਇਹ ਸਿੱਧੇ ਤੌਰ ਤੇ ਜਿਹੜਾ ਹੈਗਾ ਇਸ ਮੌਨਸੂਨ ਸੀਜ਼ਨ ਵਿੱਚ ਹੋਣ ਵਾਲਾ ਹੈ। ਪੰਜਵੀਂ ਬਿਗ ਬ੍ਰੇਕਿੰਗ 2 ਵਜੇ ਦੀ ਹੈ ਕਿ ਆਮ ਲੋਕਾਂ ਤੇ ਮਹਿੰਗਾਈ ਦਾ ਬੋਝ ਜਿਹੜਾ ਹੈਗਾ ਉਹ ਵੱਧ ਗਿਆ ਹੈ। ਜੀਐਸਟੀ ਦਰਾਂ ਦੇ ਵਿੱਚ ਬਦਲਾਅ ਦੇ ਨਾਲ ਚੀਜ਼ਾਂ ਦੇ ਰੇਟ ਵੱਧ ਗਏ ਨੇ। ਕਈ ਸੇਵਾਵਾਂ ਤੇ ਵੀ ਅੱਜ ਤੋਂ ਜੀਐਸਟੀ ਜਿਹੜਾ ਹੈਗਾ ਉਸ ਦੀ ਦਰ ਵਧਾ ਦਿੱਤੀ ਗਈ ਹੈ। ਕਈ ਚੀਜ਼ਾਂ ਤੇ ਜੀਐਸਟੀ ਵੱਧ ਦੇਣਾ ਪਵੇਗਾ। ਖਾਣ ਪੀਣ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋਣਗੀਆਂ। ਆਟਾ, ਪਨੀਰ, ਦਹੀਂ ਸਣੇ ਕਈ ਚੀਜ਼ਾਂ ਮਹਿੰਗੀਆਂ ਹੋਣਗੀਆਂ। ਹਸਪਤਾਲ ਦੇ ਵਿੱਚ ਵੀ ਵੱਧ ਚਾਰਜ ਚੁਕਾਉਣਾ ਹੋਵੇਗਾ। ਜੀਐਸਟੀ ਦੀ ਦਰਾਂ ਜਿਹੜੀਆਂ ਨੇ ਕਈ ਚੀਜ਼ਾਂ ਤੇ ਲਾਗੂ ਕਰ ਦਿੱਤੀਆਂ ਗਈਆਂ ਨੇ। ਕਈ ਚੀਜ਼ਾਂ ਜੀਐਸਟੀ ਦੇ ਦਾਇਰੇ ਵਿੱਚ ਆ ਗਈਆਂ ਨੇ ਔਰ ਇਹ ਸਭ ਕੁਝ ਮਹਿੰਗਾ ਹੋਏਗਾ। ਪਹਿਲਾਂ ਜਿਹੜੇ ਟੈਕਸ ਫ੍ਰੀ ਸੀਗੇ ਪੈਕਡ ਦਹੀਂ, ਲੱਸੀ, ਬਟਰ ਮਿਲਕ, ਹੁਣ 5% ਜੀਐਸਟੀ ਇਹਨਾਂ ਤੇ ਲੱਗ ਜਾਵੇਗਾ। ਪ੍ਰੀ ਲੈਵਲ ਚੌਲ, ਕਣਕ, ਆਟਾ ਇਹਨਾਂ ਤੇ ਵੀ 5% ਜੀਐਸਟੀ ਲੱਗ ਜਾਵੇਗਾ। ਯਾਨੀ ਆਟੇ ਦੀ ਜਿਹੜਾ ਪੈਕ ਤੁਸੀਂ ਅੰਦਾਜ਼ਾ ਲਾਓ ਕਿ ਪਹਿਲਾਂ 200 ਰੁਪਏ ਦਾ ਲੈਂਦੇ ਸੀਗੇ, ਹੁਣ ਉਸ ਤੇ 5% ਜੀਐਸਟੀ ਲੱਗ ਕੇ ਉਹ 210 ਰੁਪਏ ਦਾ ਮਿਲੇਗਾ। ਪਹਿਲਾਂ ਜਿਨ੍ਹਾਂ ਤੇ 12% ਜੀਐਸਟੀ ਸੀਗਾ ਉਹਨਾਂ ਤੇ 18% ਜਿਹੜਾ ਹੈਗਾ ਜੀਐਸਟੀ ਲੱਗੇਗਾ। ਇਸ ਦੇ ਵਿੱਚ ਐਲਈਡੀ ਲਾਈਟਸ, ਐਲਈਡੀ ਲੈਂਪ ਜਿਹੜਾ ਹੈਗਾ ਇਸ ਦੇ ਵਿੱਚ ਸ਼ਾਮਿਲ ਨੇ। ਜਿਸ ਦੇ ਨਾਲ ਜਿਹੜਾ ਹੈਗਾ ਪਹਿਲਾਂ ਜਿਹੜੇ ਜੀਐਸਟੀ ਫ੍ਰੀ ਸੀਗੇ 1000 ਰੁਪਏ ਤੋਂ ਘੱਟ ਦੇ ਹੋਟਲ ਰੂਮ ਇਹਨਾਂ ਤੇ ਜੀਐਸਟੀ ਨਹੀਂ ਸੀ ਲੱਗਦਾ। ਹੁਣ 12% ਜਿਹੜਾ ਹੈਗਾ ਜੀਐਸਟੀ ਲੱਗੇਗਾ। ਯਾਨੀ 1000 ਰੁਪਏ ਦਾ ਜੇਕਰ ਹੋਟਲ ਦਾ ਕਮਰਾ ਹੈਗਾ ਤਾਂ 1120 ਰੁਪਏ ਤੁਹਾਨੂੰ ਉਸ ਦੇ ਲਈ ਦੇਣੇ ਹੋਣਗੇ। 1120 ਰੁਪਏ ਚੋਂ ਕਮਰਾ ਬੁੱਕ ਹੋਵੇਗਾ। ਪਹਿਲਾਂ ਜਿਹੜੇ ਜੀਐਸਟੀ ਫ੍ਰੀ ਸੀਗੇ ਵੇਅਰ ਹਾਊਸ ਦੇ ਵਿੱਚ ਜਿਹੜਾ ਹੈਗਾ ਰੱਖਿਆ ਗਿਆ ਸਮਾਨ ਉਸ ਤੇ ਵੀ ਹੁਣ ਜੀਐਸਟੀ ਲੱਗੇਗਾ। ਫਸਲਾਂ ਨੂੰ ਵੇਅਰ ਹਾਊਸ ਦੇ ਵਿੱਚ ਰੱਖਣਾ ਪਹਿਲਾਂ ਜੀਐਸਟੀ ਫ੍ਰੀ ਸੀਗਾ, ਹੁਣ 12% ਜਿਹੜਾ ਹੈਗਾ ਉਸ ਤੇ ਜੀਐਸਟੀ ਤੁਹਾਨੂੰ ਦੇਣਾ ਹੋਵੇਗਾ। ਯਾਨੀ ਹਰ ਖੇਤਰ ਦੇ ਵਿੱਚ ਮਾਰ ਪਵੇਗੀ। ਤੁਸੀਂ ਕਿਸਾਨੀ ਦੇ ਨਾਲ ਜੁੜੇ ਹੋ, ਕਿਸਾਨੀ ਖੇਤਰ ਦੇ ਨਾਲ ਜੁੜੇ ਹੋ, ਤੁਸੀਂ ਆਮ ਲੋਕ ਹੋ, ਆਮ ਖਰੀਦਦਾਰੀ ਕਰਨ ਵਾਲੇ ਲੋਕ ਹੋ, ਤੁਹਾਡੇ ਤੇ ਮਾਰ ਪੈਣ ਵਾਲੀ ਹੈ। ਹਸਪਤਾਲ ਦੇ ਵਿੱਚ ਵੀ ਜਿਹੜਾ ਹੈਗਾ ਜਿਹੜਾ ਬਿੱਲ ਹੋਏਗਾ ਉਸ ਤੇ ਵੀ ਜੀਐਸਟੀ ਜਿਹੜਾ ਹੈਗਾ, ਹਸਪਤਾਲ ਦਾ ਕਮਰਾ ਜਿਹੜਾ ਹੈਗਾ ਉਸ ਤੇ ਵੀ ਜੀਐਸਟੀ ਜਿਹੜਾ ਹੈਗਾ ਲਾਗੂ ਹੋ ਗਿਆ ਹੈ। ਪੈਕਡ ਦਹੀਂ, ਲੱਸੀ, ਬਟਰ ਮਿਲਕ ਤੇ 5% ਜੀਐਸਟੀ ਜਿਹੜਾ ਹੈਗਾ ਲਗਾ ਦਿੱਤਾ ਗਿਆ ਹੈ। ਪ੍ਰੀ ਲੈਵਲ ਚੌਲ, ਕਣਕ, ਆਟਾ 5% ਜੀਐਸਟੀ ਦੇ ਦਾਇਰੇ ਵਿੱਚ ਆ ਗਏ ਨੇ। ਇਹ ਸਭ ਕੁਝ ਅੱਜ ਤੋਂ ਮਹਿੰਗਾ ਹੋ ਗਿਆ। ਅੱਜ ਤੋਂ ਇਹ ਜਿਹੜਾ ਮੌਨਸੂਨ ਜਿਹੜਾ ਹੈਗਾ ਇਹ ਮਹਿੰਗਾਈ ਦਾ ਮੌਨਸੂਨ ਜਿਹੜਾ ਹੈਗਾ ਸਾਬਿਤ ਹੋ ਰਿਹਾ ਹੈ। ਬਲੇਡ, ਪੇਪਰ, ਕੈਂਚੀ, ਪੈਨਸਿਲ, ਸ਼ਾਰਪਨਰ ਪਹਿਲਾਂ 12% ਜੀਐਸਟੀ ਸੀਗਾ, 6% ਦਾ ਵਾਧਾ ਹੋ ਗਿਆ, 18% ਜੀਐਸਟੀ ਲੱਗੇਗਾ। ਸਿੱਧੇ ਤੌਰ ਤੇ ਬੱਚਿਆਂ ਦੀ ਪੜ੍ਹਾਈ ਦਾ ਸਮਾਨ ਜਿਹੜਾ ਹੈਗਾ ਉਹ ਸਿੱਧੇ ਤੌਰ ਤੇ ਮਹਿੰਗਾ ਹੋਣ ਜਾ ਰਿਹਾ ਹੈ। ਐਲਈਡੀ ਲਾਈਟਸ, ਐਲਈਡੀ ਲੈਂਪ ਬੇਸ਼ੱਕ ਬਿਜਲੀ ਬਚਾਉਂਦੇ ਨੇ ਪਰ ਤੁਹਾਡੀ ਜੇਬ ਤੇ ਜਿਹੜਾ ਹੈਗਾ ਉਹ ਖਰਚਾ ਵਧਾਣਗੇ। 12% ਜੀਐਸਟੀ ਪਹਿਲਾਂ ਸੀਗਾ, ਹੁਣ 18% ਹੋਏਗਾ। ਪਹਿਲਾਂ 1000 ਰੁਪਏ ਤੋਂ ਘੱਟ ਦੇ ਹੋਟਲ ਰੂਮ ਜੀਐਸਟੀ ਫ੍ਰੀ ਸੀਗੇ, ਹੁਣ 12% ਜੀਐਸਟੀ ਇਸ ਤੇ ਲੱਗੇਗਾ। ਇਸ ਤੋਂ ਇਲਾਵਾ ਵੇਅਰ ਹਾਊਸ ਦੇ ਵਿੱਚ ਸਮਾਨ ਸਟੋਰ ਕਰਨਾ ਜਿਹੜਾ ਹੈਗਾ ਜੀਐਸਟੀ ਜਿਹੜਾ ਸੀਗਾ ਤੇ ਹੁਣ ਜਿਹੜਾ ਹੈਗਾ 12% ਜੀਐਸਟੀ ਲੱਗੇਗਾ। ਇਸ ਦੇ ਨਾਲ ਫਸਲਾਂ ਨੂੰ ਵੇਅਰ ਹਾਊਸ ਵਿੱਚ ਰੱਖਣਾ ਮਹਿੰਗਾ ਹੋ ਗਿਆ, ਜੀਐਸਟੀ 12% ਲੱਗੇਗਾ। ਭੁਪਿੰਦਰ ਮੇਰੇ ਸਹਿਯੋਗੀ ਨਾਭਾ ਤੋਂ ਸਾਡੇ ਨਾਲ ਜੁੜ ਰਹੇ ਨੇ। ਭੁਪਿੰਦਰ, ਲੋਕ ਤੁਹਾਡੇ ਨਾਲ ਖੜੇ ਨੇ ਬਾਜ਼ਾਰ ਦੇ ਵਿੱਚ, ਤੁਹਾਨੂੰ ਤੁਹਾਡੀ ਲੋਕੇਸ਼ਨ ਜਿਹੜੀ ਹੈਗੀ ਹੈ ਸਾਨੂੰ ਨਜ਼ਰ ਆ ਰਹੀ ਹੈ। ਦੁਕਾਨ ਦੇ ਵਿੱਚ ਖੜੇ ਹੋ, ਲੋਕ ਵੀ ਖੜੇ ਨੇ। ਮਹਿੰਗਾਈ ਦੀ ਮਾਰ ਪਹਿਲਾ ਦਿਨ ਲੋਕ ਕੀ ਕਹਿ ਰਹੇ ਨੇ? ਗਗਨ, ਜਿਹੜੀ ਮਹਿੰਗਾਈ ਦੀ ਮਾਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅਤੇ ਜੋ ਹੁਣ ਜੀਐਸਟੀ ਦਾ ਬੋਝ ਪਿਆ ਇਹਦੇ ਨਾਲ ਲੋਕ ਕਾਫੀ ਖਫਾ ਨੇ, ਕਿਉਂਕਿ ਪਹਿਲੇ ਪੈਟਰੋਲ ਅਤੇ ਡੀਜ਼ਲ, ਉਸ ਤੋਂ ਬਾਅਦ ਨਾਲ ਦੀ ਨਾਲ ਜੋ ਗੈਸ ਸਿਲੰਡਰ ਸੀ ਉਸ ਦੀ ਜਿਹੜੀ ਹੈਗੀ ਮਾਰ ਸਹਿਣੀ ਪਈ ਸੀ ਤੇ ਹੁਣ ਜੋ ਜੀਐਸਟੀ ਦੇ ਦਾਇਰੇ ਵਿੱਚ ਕੁਝ ਪ੍ਰੋਡਕਟ ਲਿਆਂਦੇ ਗਏ ਨੇ ਉਸ ਦੇ ਨਾਲ ਜੋ ਲੋਕਾਂ ਦੀ ਮਹਿੰਗਾਈ ਤੇ ਜੇਬ ਤੇ ਟਾਕਾ ਪਿਆ। ਸਾਡੇ ਨਾਲ ਨਾਭਾ ਨਿਵਾਸੀ ਨੇ, ਉਹਨਾਂ ਨਾਲ ਗੱਲ ਕਰਦੇ ਆ। ਕੀ ਕਹਿਣਾ ਚਾਹੁੰਦੇ ਹੋ ਜੋ ਤੁਹਾਡੀ ਜੇਬ ਹਲਕੀ ਹੋਈ ਆ ਜੀਐਸਟੀ ਦੇ ਦਾਇਰੇ 'ਚ ਕਾਫੀ ਸਮਾਨ ਲਿਆਂਦਾ ਗਿਆ? ਇਹ ਜੋ ਮੋਦੀ ਸਾਹਿਬ ਨੇ ਜੋ ਕੰਮ ਕੀਤਾ ਹੈ ਜੀਐਸਟੀ ਵਾਲਾ ਲਾਇਆ 5% 10% ਅਨਾਜ ਦੇ ਉੱਤੇ, ਲੋਕਾਂ ਉੱਤੇ ਬਹੁਤ ਬੋਝ ਪਊਗਾ। ਬਹੁਤ ਪਹਿਲਾਂ ਹੀ ਮੰਦੇ ਦਾ ਹਾਲਤ ਹੋਇਆ ਪਿਆ, ਇਹਨਾਂ ਨਾਲ ਬਹੁਤ ਕੰਮ ਖਰਾਬ ਹੋਣਾ। ਲੋਕ ਬਹੁਤ ਦੁਖੀ ਹੋ ਰਹੇ ਨੇ ਜੋ ਕਿ ਆਪਣੇ ਜੇਬ ਤੋਂ ਗੁੰਜਾਇਸ਼ ਤੋਂ ਬਾਹਰ ਹੋ ਰਿਹਾ ਕੰਮ ਇਹਨਾਂ ਦਾ। ਇਹ ਮੋਦੀ ਸਾਹਿਬ ਦੇ ਬਹੁਤ ਖਿਲਾਫ ਕੰਮ ਹੈ, ਬਹੁਤ ਵਧੀਆ ਕੰਮ ਨਹੀਂ ਹੈ ਮੋਦੀ ਸਾਹਿਬ ਦਾ। ਇਹ ਜਿਹੜੇ ਰੋਜ਼ ਦੀਆਂ ਚੀਜ਼ਾਂ ਨੇ, ਦੁੱਧ ਹੋ ਗਿਆ, ਪਨੀਰ ਹੋ ਗਿਆ, ਦਹੀਂ ਹੋ ਗਿਆ, ਇਹ ਵੀ ਜੀਐਸਟੀ ਦੇ ਦਾਇਰੇ 'ਚ ਲਿਆਂਦਾ। ਕਿਸ ਤਰ੍ਹਾਂ ਦੇਖਦੇ ਹੋ? ਪਹਿਲੀ 50-60 ਰੁਪਏ ਦੁੱਧ ਸੀ, ਹੁਣ ਕਿੰਨਾ ਲੈਣਾ ਪਏਗਾ ਤੁਹਾਨੂੰ? ਹੁਣ ਮਾਰਾ 100 ਰੁਪਏ ਦੁੱਧ ਦਾ ਭਾਅ ਹੋ ਜਾਣਾ। ਜਿਹੜੇ ਕਿਸਾਨ ਆ ਪਹਿਲਾਂ ਸਬਜ਼ੀ ਨਹੀਂ ਮਾਣ ਹੈਗੀ, ਆਟਾ ਨਹੀਂ ਮਾਲ, ਦਾਲਾਂ ਨਹੀਂ ਮਾਣ ਹੈਗੀ, ਕੋਈ ਚੀਜ਼ ਮਾਣ ਨਹੀਂ ਹੈਗੀ। ਦੁਖੀ ਹੋਣ ਵਾਲਾ ਕੰਮ ਹੈ। ਗਰੀਬ ਆਦਮੀ ਕਿੱਥੋਂ ਖਾਊਗਾ? 400 ਰੁਪਏ ਵਾਲੀ ਦਿਹਾੜੀ ਹੈ, ਦਿਹਾੜੀ ਦੇ ਵਿੱਚੋਂ ਕੀ ਕਰੂ ਕੀ ਨਹੀਂ ਕਰੂਗਾ? ਦੁੱਧ ਲਿਜਾਊ, ਸਬਜ਼ੀ ਲਿਜਾਊਗਾ ਜਾਂ ਘਰ ਦੇ ਜਵਾਕਾਂ ਨੂੰ ਪਾਲੂਗਾ?
ਮਹਿੰਗਾਈ ਦਵਾਈਆਂ ਮਹਿੰਗੀਆਂ ਨੇ, ਹਰ ਇੱਕ ਚੀਜ਼ ਮਹਿੰਗੀ ਹੈ। ਇੱਥੇ ਰਹਿਣਾ ਕਹਿਣਾ ਔਖਾ ਹੋਇਆ ਪਿਆ। ਮੋਦੀ ਸਾਹਿਬ ਨੂੰ ਚਾਹੀਦਾ ਜੋ ਦੁੱਧ ਦਹੀਂ ਹੈਗੇ ਆ ਇਹਨਾਂ ਨੂੰ ਦਾਇਰੇ ਤੋਂ ਕੱਢ ਕੇ ਬਾਹਰ ਇਹਦੀ ਸੈਟਿੰਗ ਕੀਤੀ ਜਾਵੇ ਕਿਸੇ ਹਿਸਾਬ ਵਿੱਚ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਹਸਪੀਟਲ ਲਾ ਲਓ ਜਾਂ ਵੱਡੇ ਵੱਡੇ ਛੋਟੇ ਅਦਾਰੇ ਨੇ, ਹੋਰ ਆਮ ਲੋਕ ਨੇ, ਉਹਨਾਂ ਤੇ ਜੇਬ ਤੇ ਕਿਸ ਤਰ੍ਹਾਂ ਅਸਰ ਪਏਗਾ? ਦੇਖੋ ਜਿਹੜੇ ਆਮ ਪੇਸ਼ੈਂਟ ਨੂੰ ਜੋ ਉਹਨਾਂ ਨੂੰ ਪਰ ਰੂਮ ਦਾ ਚਾਰਜ ਕਰਨਾ ਪੈਂਦਾ ਸੀ, ਅਗਰ ਉਹ 5000 ਰੁਪਏ ਪਰ ਰੂਮ ਦਾ ਚਾਰਜ ਕਰਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਉੱਤੇ ਵੀ 12% ਜਿਹੜਾ GST ਦੇਣਾ ਪਏਗਾ। ਤਾਂ ਅਗਰ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਆਪਾਂ ਫੁੱਟਵੇਅਰ ਲੈਣੇ ਆ ਤਾਂ ਮੋਦੀ ਸਰਕਾਰ ਵੱਲੋਂ 12% ਉਹਨਾਂ ਦੇ ਉੱਤੇ ਵੀ ਜਿਹੜਾ GST ਲਗਾ ਦਿੱਤਾ ਗਿਆ। ਬੈਂਕ ਵੱਲੋਂ ਜੋ ਚੈੱਕ ਜਾਰੀ ਕੀਤੇ ਜਾਂਦੇ ਨੇ, ਉਹ ਬੈਂਕ ਵੀ ਅਗਰ ਅੱਜ ਆਪਾਂ ਨੂੰ ਚੈੱਕ ਦੀ ਸੇਵਾਵਾਂ ਦਿੰਦਾ ਤਾਂ ਉਹ ਵੀ 18% GST ਲਾ ਕੇ ਸਾਨੂੰ ਜਿਹੜੀਆਂ ਸੇਵਾਵਾਂ ਮਿਲਣਗੀਆਂ। ਉਸ ਤੋਂ ਬਾਅਦ ਤੁਸੀਂ ਰੂਟੀਨ ਪ੍ਰੋਡਕਟਾਂ ਤੇ ਆ ਜਾਓ, ਕਣਕ ਲੈ ਲਓ, ਅਨਾਜ ਲੈ ਲਓ, ਦੁੱਧ ਪ੍ਰੋਡਕਟ ਲੈ ਲਓ, 5% ਸਾਨੂੰ ਇਹਨਾਂ ਤੇ ਵੀ ਲੱਗੇਗਾ। ਉਸ ਤੋਂ ਬਾਅਦ ਤੁਸੀਂ ਸਟੇਸ਼ਨਰੀ ਤੇ ਆ ਜਾਓ, ਪੈਨਸਲ ਹੈ, ਸ਼ਾਰਪਨਰ ਹੈ, ਹੋਰ ਵੀ ਬੱਚਿਆਂ ਦੀ ਜੋ ਰੂਟੀਨ 'ਚ ਚੀਜ਼ਾਂ ਯੂਜ਼ ਹੁੰਦੀਆਂ ਨੇ, ਉਹ ਵੀ ਸਾਨੂੰ ਅੱਜ ਤੋਂ 5% GST ਲੱਗ ਕੇ ਮਿਲੇਗਾ। ਦੇਖੋ ਗਗਨ, ਜਿਹੜੇ ਲੋਕ ਕਾਫੀ ਖਫਾ ਵਿਖਾਈ ਦੇ ਰਹੇ ਨੇ ਤੇ ਹੋਰ ਜਿਹੜੇ ਹੈਗੇ ਨੇ ਇੱਥੇ ਸ਼ਹਿਰ ਵਾਸੀ, ਉਹਨਾਂ ਨਾਲ ਗੱਲ ਕਰਦੇ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ? ਬਿਲਕੁਲ ਭੁਪਿੰਦਰ, 5% ਕਹਿਣ ਨੂੰ ਹੈਗਾ, ਪਰ ਇਹ ਦਰ ਜਿਹੜੀ ਹੈਗੀ ਉਹ ਬਹੁਤ ਮਾਰ ਜਿਹੜੀ ਹੈਗੀ ਪਾਉਣ ਵਾਲੀ ਹੈ। 5% ਤੋਂ 12% ਤੱਕ ਜਿਹੜਾ ਹੈਗਾ ਉਹ GST ਲਾ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ। ਬਹੁਤ ਬਹੁਤ ਸ਼ੁਕਰੀਆ ਭੁਪਿੰਦਰ ਇਸ तमाम ਜਾਣਕਾਰੀ ਦੇ ਲਈ। ਭੁਪਿੰਦਰ ਮੇਰੇ ਸਹਿਯੋਗੀ ਨਾਭਾ ਵਿੱਚ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ। ਲੋਕ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਖਫਾ ਨੇ ਇਸ ਗੱਲ ਤੋਂ ਕਿ ਮਹਿੰਗਾਈ ਦੀ ਮਾਰ ਜਿਹੜਾ ਹੈਗਾ ਪਹਿਲਾਂ ਪਈ ਹੋਈ ਸੀਗੀ। ਸਿਲੰਡਰ ਮਹਿੰਗਾ ਹੋ ਗਿਆ, ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ, ਹੁਣ ਜਿਹੜਾ ਹੈਗਾ ਦੁੱਧ ਪਨੀਰ ਦਹੀਂ ਲੱਸੀ ਇਹ ਮਹਿੰਗੇ ਹੋ ਗਏ ਨੇ। ਹਸਪਤਾਲ ਲੈ ਕੇ ਜਾਣਾ, ਇਲਾਜ ਕਰਾਣਾ ਉਹ ਮਹਿੰਗਾ ਹੋ ਗਿਆ। ਬੱਚਿਆਂ ਦੇ ਪੜ੍ਹਾਈ ਲਿਖਾਈ ਦਾ ਸਮਾਨ ਜਿਹੜਾ ਹੈਗਾ ਉਹ ਵੀ ਮਹਿੰਗਾ ਹੋ ਚੁੱਕਿਆ ਹੈ। ਸੈਂਟਰ ਗਵਰਨਮੈਂਟ ਵੱਲੋਂ GST ਵਿੱਚ ਅਮੈਂਡਮੈਂਟ ਕੀਤਾ ਗਿਆ ਔਰ ਡੇਲੀ ਵਸਤਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਤੇ ਕਿਸੇ ਵੀ ਤਰ੍ਹਾਂ ਦਾ GST ਨਹੀਂ ਸੀਗਾ, ਉਹਦੇ ਵਿੱਚ 5% ਦਾ ਜਿਹੜਾ ਹੈਗਾ ਉਹ GST ਲਗਾ ਦਿੱਤਾ ਗਿਆ ਹੈਗਾ। ਔਰ ਦੁਕਾਨਦਾਰ ਹੈਗੇ ਆ ਜਿਨ੍ਹਾਂ ਕੋਲ ਡੇਲੀ ਨੀਡ ਦੀਆਂ ਵਸਤਾਂ ਜਿਹੜੀਆਂ ਹੈਗੀਆਂ ਰੋਜ਼ਮर्रा ਦੀਆਂ ਲੋਕੀ ਲੈਣ ਵਾਸਤੇ ਆਉਂਦੇ ਆ, ਉਹਨਾਂ ਨਾਲ ਵੀ ਗੱਲ ਕਰਦੇ ਆ ਵੀ ਜਿਹੜੀ ਅਮੈਂਡਮੈਂਟ ਕੀਤੀ ਗਈ ਹੈ GST ਵਿੱਚ ਉਹ ਕੀ ਹੈਗੀ ਹੈ। ਸਰ, GST ਨੇ ਅਮੈਂਡਮੈਂਟ ਕੀਤੀ ਆ, ਜਿਹੜੀਆਂ ਵਸਤਾਂ ਜਿਹੜੀਆਂ ਸੀਗੀਆਂ ਕਰਿਆਨੇ ਦਾ ਸਮਾਨ ਸੀਗਾ, ਚਾਹੇ ਦਹੀਂ ਦੁੱਧ ਦੀਆਂ ਵਸਤਾਂ ਸੀਗੀਆਂ, ਉਹਨਾਂ ਤੇ GST ਲਗਾ ਦਿੱਤਾ ਗਿਆ ਹੈ 5%। ਕਿੰਨਾ ਕੁ ਅਸਰ ਜਿਹੜਾ ਹੈਗਾ, ਫਰਕ ਜਿਹੜਾ ਹੈਗਾ ਉਹ ਨਜ਼ਰ ਆਏਗਾ ਹੁਣ? ਦੇਖੋ ਜੀ, ਫਰਕ ਤਾਂ ਸਾਰਿਆਂ ਨੂੰ ਹੀ ਪੈਣਾ, ਮੈਂ ਹਰ ਇਨਸਾਨ ਨੂੰ ਫਰਕ ਪੈਣਾ, ਕਿਉਂਕਿ ਇਹ ਪਹਿਲਾਂ ਮਿਲਕ ਪ੍ਰੋਡਕਟਸ ਔਰ ਦਾਲਾਂ ਔਰ ਆਟਾ ਇਹਨਾਂ ਦੇ ਉੱਤੇ ਟੈਕਸ ਫ੍ਰੀ ਸੀ। ਹੁਣ ਸਾਰਿਆਂ ਦੇ ਉੱਤੇ 5% ਲੱਗ ਗਿਆ। ਦੁਕਾਨਦਾਰ ਨੂੰ ਕੋਈ ਫਰਕ ਨਹੀਂ ਪੈਣਾ, ਸਿਰਫ ਕਸਟਮਰ ਨੂੰ ਫਰਕ ਪੈਣਾ। ਮਹਿੰਗਾਈ ਕਸਟਮਰ ਵਾਸਤੇ ਵੱਧ ਗਈ, ਕਸਟਮਰ ਅੱਗੇ ਮਰਿਆ ਦਾ ਉਹ ਹੋਰ ਮਰ ਜਾਏਗਾ। दूध के प्रोडक्ट्स आटे ਉਹਨਾਂ ਤੇ 5% ਹੈ ਤੇ ਨਾਲ ਹੀ ਵਿੱਚ ਬਾਅਦ ਚ ਲਿਖਿਆ ਆ ਗਿਆ ਕਿ ਦਾਲਾਂ ਦੇ ਉੱਤੇ ਵੀ ਹੈ ਤੇ ਉਹਦੇ ਵਿੱਚ ਦਹੀਂ, ਲੱਸੀ, ਚਾਵਲ, ਆਟਾ ਸਮੇਤ ਜ਼ਰੂਰੀ ਚੀਜ਼ਾਂ ਸਭ ਮਹਿੰਗੀਆਂ ਹੋ ਜਾਣਗੀਆਂ। 5% ਦਾ ਰੇਟ ਦਾ ਇਜ਼ਾਫਾ ਹੋ ਜਾਏਗਾ। ਠੀਕ ਹੈ, ਤਾਂ ਬਿਲਕੁਲ ਜਿਹੜੀਆਂ ਚੀਜ਼ਾਂ ਆਮ ਘਰਾਂ ਦੇ ਵਿੱਚ ਲੋਕ ਵਰਤਦੇ ਸੀ, ਚਾਹੇ ਉਹ ਆਟਾ ਸੀਗਾ, ਚਾਹੇ ਉਹ ਦੁੱਧ ਸੀਗਾ, ਚਾਹੇ ਹੋਰ ਸਮਾਨ ਜਿਹੜਾ ਡੇਲੀ ਵਰਤੋਂ 'ਚ ਲਿਆਇਆ ਜਾਂਦਾ ਸੀਗਾ, ਖਾਣ ਪੀਣ ਦਾ ਸਮਾਨ ਸੀਗਾ, ਉਹਦੇ ਉੱਤੇ ਜਿਨ੍ਹਾਂ ਦੇ ਪਹਿਲਾਂ ਟੈਕਸ ਬਿਲਕੁਲ ਜ਼ੀਰੋ ਟੈਕਸ ਸੀਗਾ, ਉਹਨਾਂ ਦੇ 5% ਦੀ ਟੈਕਸ ਜਿਹੜਾ ਉਹ ਲਗਾ ਦਿੱਤਾ ਗਿਆ। ਸਿੱਧੀ ਭਾਸ਼ਾ ਵਿੱਚ ਗੱਲ ਕਰੀਏ, ਜਿਹੜੀ ਚੀਜ਼ 100 ਰੁਪਏ ਦੀ ਆਉਂਦੀ ਸੀਗੀ ਉਹ ਹੁਣ 105 ਰੁਪਏ ਦੀ ਹੋ ਗਈ, ਕਿ 5% ਜਿਹੜਾ ਟੈਕਸ ਹੈਗਾ ਉਹ ਲਗਾ ਦਿੱਤਾ ਗਿਆ ਹੈਗਾ। ਬਹੁਤ ਜ਼ਿਆਦਾ ਫਰਕ ਪਏਗਾ ਭਾਜੀ। ਰੋਜ਼ ਡੇਲੀ ਚੀਜ਼ਾਂ ਯੂਜ਼ ਕਰਨ ਵਾਲੀਆਂ, ਖਾਸ ਕਰ ਰਸੋਈ ਦੀਆਂ ਚੀਜ਼ਾਂ ਨੂੰ ਟੈਕਸ 5% ਲਾ ਰਹੇ ਆ। ਇਹ ਕਿੱਥੇ ਦੇਣਗੇ? ਉਹ ਕੀ ਲੇਬਰ ਕੋਟੇ ਵਾਲਾ ਬੰਦਾ ਕੀ ਕਰੇ ਜਿਹੜਾ 700 ਰੁਪਏ 500 ਰੁਪਏ ਦਿਹਾੜੀ ਕਮਾਉਂਦਾ, 400 ਰੁਪਏ ਕਮਾਉਂਦਾ? ਤੁਹਾਨੂੰ ਕਿੰਨਾ ਕੁ ਫਰਕ ਹੈ, ਕਿਉਂਕਿ ਤੁਹਾਡਾ ਪ੍ਰੋਡਕਟ ਜਿਹੜਾ ਸਾਰਾ ਦੁੱਧ ਦੇ ਨਾਲ ਬਣਦਾ? ਫਰਕ ਪਏਗਾ ਹੀ। ਜਿਹੜਾ ਬੰਦਾ ਕੰਜੂਸੀ ਨਾਲ ਜੀਏਗਾ, ਆਪਣੇ ਰਸੋਈ ਦੇ ਕੰਮਾਂ ਕਾਰਾਂ ਨੂੰ ਲੈ ਕੇ ਰੋਏਗਾ, ਉਹ ਸਾਡੇ ਕੋਲ ਆ ਕੇ ਕੁਲਫੀ ਬਿਲਕੁਲ ਤਾਂ ਕਿੱਥੋਂ ਪੀਏਗਾ? ਉਹ ਆਪਣੇ ਘਰ ਦੇ ਨਹੀਂ ਉਹਦੇ ਕੋਲ ਖਰਚੇ ਪੂਰੇ ਹੋਣਗੇ। तरह से विरोध भी जड़ा है वो तेज हो गया। राहुल गांधी ने केंद्र सरकार से तिखा हमला बोलिया है, ट्वीट करके लिखा है कि वाधू टैक्स कोई नौकरी नहीं, दुनिया ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਨੂੰ ਖਤਮ ਕਰਨ ਦੇ ਲਈ ਇਹ ਬੀਜੇਪੀ ਦੀ ਮਾਸਟਰ ਕਲਾਸ ਹੈ। ਉਧਰ ਅਰਵਿੰਦ ਕੇਜਰੀਵਾਲ ਨੇ ਵੀ ਜਿਹੜਾ ਹੈਗਾ, ਅਰਵਿੰਦ ਕੇਜਰੀਵਾਲ ਨੇ ਖਾਣ ਪੀਣ ਦੀਆਂ ਚੀਜ਼ਾਂ ਤੇ GST ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਨੂੰ ਲੋਕਾਂ ਦੀ ਜੇਬ ਦੇ ਉੱਤੇ ਸਿੱਧਾ ਜਿਹੜਾ ਹਮਲਾ ਕਰਾਰ ਦਿੱਤਾ ਹੈ।
ਵਧੀਆ ਜਿਹੜੇ ਰੇਟ ਨੇ GST ਦੇ ਉਸ ਨੂੰ ਵਾਪਸ ਲੈਣ ਦੀ ਮੰਗ ਕਰਦੇ ਨਜ਼ਰ ਆਏ ਨੇ अरविंद केजरीवाल। बड़े दुख की बात है, एक तरफ पूरा देश महंगाई से जूझ रहा है, बहुत ज्यादा महंगाई हो गई है पूरे देश के अंदर, और दूसरी तरफ केंद्र सरकार ने जो खाने पीने की वस्तुएं थी उन पे भी आज टैक्स लगा के उनको महंगा कर दिया है। मैं मांग करूंगा केंद्र सरकार से कि ये जो खाने पीने की चीजों पे GST लगाया गया है इसको वापस लिया जाए। आज देश में अकेला दिल्ली राज्य ऐसा है, आप एक आम नागरिक से बाहर जाके पूछिए जहां पे आम नागरिक को महंगाई से हम लोग कुछ थोड़ी सी सुविधा दे रहे हैं। उनके बच्चों की शिक्षा फ्री कर रखी है, अच्छी कर रखी है, उनका घर का इलाज, सबके लोगों का इलाज मुफ्त होता है, अच्छा होता है, सबकी बिजली मुफ्त कर रखी है, सबका पानी मुफ्त कर रखा है, महिलाओं का सफ़र मुफ्त कर रखा है, योगा मुफ्त सिखा रहे हैं, तीर्थ यात्रा पे ये सारी चीजें ऐड करें तो हर परिवार को कम से कम 10 से 15 हजार रुपए का फायदा है। इतनी महंगाई के जमाने के अंदर दिल्ली सरकार लोगों को महंगाई से थोड़ी सी रियायत दे रही है। मैं केंद्र सरकार से निवेदन करूंगा कि ये GST जो है ये सही नहीं है, जो आपने खाने पीने की चीजों पे लगाया है इसको वापस